ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੈ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੂ। ਹੈ ਸੰਸਾਰ ਤਾਪ ਹਰਣੇ ਕਰੁਣਾਮੈ ਸਭ ਦੁਖ ਹਰੋ। ਹੈ ਸ਼ਰਨ ਜੋਗ ਦਇਆਲੇ ਦੀਨਾਨਾਥ ਮਇਆ ਕਰੋ ਸ਼ਰੀਰ ਸਵਸਥ ਖੀਣ ਸਮੈ। ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੇ। ਗੁਰੂ ਰੂਪ ਸਾਧ ਸੰਗਤ ਜੀਓ, ਕੁਝ ਸਮਾਂ ਗੁਰੂ ਵਿਚਾਰ ਆਪ ਜੀ ਨੂੰ ਸਰਵਨ ਕਰਾ ਸਕਾਂ, ਜੋ ਆਪ ਲੜੀਵਾਰ ਵਿਚਾਰ ਸਰਵਨ ਕਰ ਰਹੇ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਏ ਹੋਏ ਜੀਵ ਜੰਤੂਆਂ ਦੀ ਵਿਚਾਰ, ਦਸਵੇਂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਫਤਿਹ ਸਨਿਮਰ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ 12 ਮਾਹ ਦੀ ਬਾਣੀ ਉਚਾਰਨ ਕੀਤੀ ਹੈ, ਇੱਕ 12 ਮਾਹ ਦੀ ਬਾਣੀ ਮਾਝ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। 12 ਮਾਹ ਤੁਖਾਰੀ ਮਹੱਲਾ ਪਹਿਲਾ। ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ, ਮੱਛਰ ਡੰਗ ਸਾਇਰ ਪਰ ਸੂਬਰ ਬਿਨ ਹਰ ਕਿਉਂ ਸੁਖ ਪਾਈਏ। ਨਾਨਕ ਪੂਛ ਚਲੋ ਗੁਰ ਆਪਣੇ ਜਹ ਪ੍ਰਭ ਤਹ ਹੀ ਜਾਈਏ। ਇਸ ਸ਼ਬਦ ਦੇ ਵਿੱਚ ਮਹਾਰਾਜ ਨੇ ਮੱਛਰ ਦਾ ਜ਼ਿਕਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ 2 ਪੰਕਤੀਆਂ ਦੇ ਵਿੱਚ ਮੱਛਰ ਦਾ ਜ਼ਿਕਰ ਆਇਆ ਹੈ। 2 ਪੰਕਤੀਆਂ ਵਿੱਚ ਸੰਸਕ੍ਰਿਤੀ ਸ਼ਲੋਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਜ਼ਿਕਰ ਕੀਤਾ। ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਮੱਛਰ ਵਿਗਿਆਨਕਾਂ ਦੇ ਮੁਤਾਬਕ 20 ਕਰੋੜ ਸਾਲ ਪਹਿਲੇ ਤੋਂ ਇਸ ਧਰਤੀ ਦੇ ਉੱਤੇ ਮੌਜੂਦ ਹਨ। 20 ਕਰੋੜ ਸਾਲ ਪਹਿਲੇ ਡਾਇਨਾਸੌਰ ਦੇ ਜ਼ਮਾਨੇ ਤੋਂ, ਉਸ ਸਮੇਂ ਤੋਂ ਮੱਛਰ ਇਸ ਦੁਨੀਆ ਦੇ ਉੱਤੇ ਹੈ। ਜਿਹੜੀ ਫਿਲਮ ਬਣਾਈ ਸੀ ਉਹ ਅੰਗਰੇਜ਼ਾਂ ਨੇ, ਜੁਰਾਸਿਕ ਪਾਰਕ, ਡਾਇਨਾਸੌਰ ਦੀ ਜੋ ਪਹਿਲੀ ਫਿਲਮ ਬਣੀ ਸੀ, ਉਹਦੇ ਵਿੱਚ ਵੀ ਉਹਨਾਂ ਨੇ ਦਿਖਾਇਆ ਕਿ ਇੱਕ ਮੱਛਰ ਜੋ ਗੂੰਦ ਦੇ ਵਿੱਚ ਫਸਿਆ ਹੋਇਆ, ਕਈ ਹਜ਼ਾਰ ਸਾਲ ਪੁਰਾਣਾ ਮੱਛਰ, ਜਿਹਨੇ ਡਾਇਨਾਸੌਰ ਦਾ ਖੂਨ ਪੀਤਾ ਸੀ, ਉਹਦੇ ਖੂਨ ਤੋਂ ਉਹਨਾਂ ਨੇ ਡਾਇਨਾਸੌਰ ਪੈਦਾ ਕੀਤਾ। ਉਹਦੇ ਫਿਲਮ ਵਿੱਚ ਐਸਾ ਦਿਖਾਇਆ ਸੀ ਉਹਨਾਂ ਨੇ। ਮੱਛਰ ਬਹੁਤ ਪੁਰਾਣਾ ਜੀਵ ਇਸ ਧਰਤੀ ਦੇ ਉੱਪਰ ਹੈ। ਵਿਗਿਆਨਕਾਂ ਦਾ ਮੰਨਣਾ ਹੈ ਕਿ 3500 ਤੋਂ ਵੀ ਜ਼ਿਆਦਾ ਪ੍ਰਜਾਤੀਆਂ ਮੱਛਰਾਂ ਦੀਆਂ ਮੌਜੂਦ ਨੇ। 3500 ਤੋਂ ਵੀ ਵੱਧ। ਕੁਛ ਮੱਛਰ ਐਸੇ ਨੇ ਜਿਹੜੇ ਪਸ਼ੂਆਂ ਦਾ ਖੂਨ ਪੀਂਦੇ ਨੇ। ਕੁਛ ਮੱਛਰ ਐਸੇ ਨੇ ਜਿਹੜੇ ਹੋਰ ਸਰੀਸ੍ਰਪ ਹੁੰਦੇ ਨੇ, ਜਿਵੇਂ ਸੱਪ ਹੈ, ਛਿਪਕਲੀ ਹੈ,
ਮਗਰਮੱਛ ਹੈ, ਹੋਰ ਇਸ ਤਰ੍ਹਾਂ ਦੇ ਜਿਹੜੇ ਜਾਨਵਰ ਨੇ ਉਹਨਾਂ ਦਾ ਖੂਨ ਪੀਂਦੇ ਨੇ। ਕੁਛ ਮੱਛਰ ਐਸੇ ਨੇ ਜਿਹੜੇ ਮਨੁੱਖ ਦਾ ਖੂਨ ਪੀਂਦੇ ਹਨ, ਜਿਨ੍ਹਾਂ ਤੋਂ ਅਸੀਂ ਵਾਕਫ ਹਾਂ। ਮੱਛਰ ਕੇਵਲ ਮਾਦਾ ਮੱਛਰ ਹੀ ਇਨਸਾਨ ਦਾ ਖੂਨ ਪੀਂਦੀ ਹੈ। ਨਰ ਮੱਛਰ ਫੁੱਲ ਪੱਤੀਆਂ ਦਾ ਰਸ ਪੀ ਕੇ ਤੇ ਆਪਣਾ ਗੁਜ਼ਾਰਾ ਕਰਦਾ ਹੈ। ਮਾਦਾ ਮੱਛਰ ਇਸ ਕਰਕੇ ਖੂਨ ਪੀਂਦੀ ਏ, ਉਹਨੂੰ ਬੱਚਿਆਂ ਨੂੰ ਜਨਮ ਦੇਣ ਵਾਸਤੇ ਕੁਛ ਤਾਕਤ ਦੀ ਲੋੜ ਪੈਂਦੀ ਹੈ, ਕੁਝ ਪ੍ਰੋਟੀਨ ਦੀ ਲੋੜ ਪੈਂਦੀ ਹੈ, ਕੁਝ ਹੋਰ ਚੀਜ਼ਾਂ ਸਾਇੰਟਿਸਟਾਂ ਦੇ ਆਪਣੇ ਅੰਦਾਜ਼ੇ ਹਨ। ਮਾਦਾ ਮੱਛਰ ਮਨੁੱਖ ਦਾ ਖੂਨ ਪੀਂਦੀ ਹੈ। ਐਸਾ ਮੰਨਿਆ ਜਾਂਦਾ ਹੈ ਅੱਜ ਤੱਕ ਜਿਤਨੇ ਲੋਕਾਂ ਦੀ ਮੌਤ ਹੋਈ ਹੈ, ਜਿਵੇਂ ਮਹਾਭਾਰਤ ਦੀ ਜੰਗ ਵਿੱਚ, ਰਾਮਾਇਣ ਦੀ ਜੰਗ ਵਿੱਚ, ਜਾਂ ਪ੍ਰਥਮ ਵਿਸ਼ਵ ਯੁੱਧ ਵਿੱਚ, ਜਾਂ द्वितीय ਵਿਸ਼ਵ ਯੁੱਧ ਵਿੱਚ, ਜਾਂ ਜੈਸੇ ਹਿਟਲਰ ਨੇ ਲੱਖਾਂ ਬੰਦੇ ਮਾਰ ਦਿੱਤੇ, ਮਾਓ ਤੁੰਗ ਨੇ ਚਾਈਨਾ ਦੇ ਵਿੱਚ ਕਰੋੜਾਂ ਬੰਦੇ ਮਾਰ ਦਿੱਤੇ। ਹੋਰ ਪ੍ਰਕਿਰਤਿਕ ਆਪਦਾ ਦੇ ਨਾਲ ਜਿੰਨੇ ਬੰਦੇ ਮਰੇ ਨੇ, ਉਹਨਾਂ ਸਾਰਿਆਂ ਦੀ ਅਗਰ ਗਿਣਤੀ ਕਰ ਲਈ ਜਾਵੇ, ਉਹਨਾਂ ਤੋਂ ਵੀ ਕਈ ਗੁਣਾ ਜ਼ਿਆਦਾ ਮੌਤਾਂ ਅਗਰ ਹੋਈਆਂ ਨੇ ਤਾਂ ਉਹ ਮੱਛਰ ਨਾਲ ਹੋਈਆਂ, ਮੱਛਰਾਂ ਦੇ ਨਾਲ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਛੋਟਾ ਜਿਹਾ ਜੀਵ ਮਨੁੱਖ ਵਾਸਤੇ ਕਿਤਨਾ ਖਤਰਨਾਕ ਜੀਵ ਹੈ। ਛੋਟਾ ਜਿਹਾ ਜੀਵ, ਇੱਕ ਮੱਛਰ ਆਪਣੇ ਵਜਨ ਨਾਲੋਂ 3 ਗੁਣਾ ਜ਼ਿਆਦਾ ਖੂਨ ਪੀ ਸਕਦਾ ਵੇ ਇੱਕ ਸਮੇਂ ਦੇ ਵਿੱਚ, 3 ਗੁਣਾ ਜ਼ਿਆਦਾ। ਇਹਨੂੰ ਸਮਝਣ ਵਾਸਤੇ ਆਪਾਂ ਅਗਰ ਇਸ ਤਰ੍ਹਾਂ ਇਸ ਤੋਂ ਕੈਲਕੂਲੇਟ ਕਰੀਏ ਕਿ ਜਿਵੇਂ ਇੱਕ ਬੰਦੇ ਦਾ ਵਜ਼ਨ 50 ਕਿਲੋ ਹੈ ਤੇ ਉਹ 50 ਕਿਲੋ ਦਾ 3 ਗੁਣਾ, ਜਿਵੇਂ 150 ਕਿਲੋ ਖਾਣਾ ਉਹ ਖਾ ਲਵੇ। ਕੋਈ ਬੰਦਾ ਐਸਾ ਨਹੀਂ ਕਰ ਸਕਦਾ ਹੈ। ਆਪਣੇ ਵਜ਼ਨ ਦਾ 3 ਗੁਣਾ ਇਤਨਾ ਖੂਨ ਇੱਕ ਮੱਛਰ ਇੱਕ ਸਮੇਂ ਦੇ ਵਿੱਚ ਮਨੁੱਖ ਦਾ ਪੀ ਜਾਂਦਾ ਹੈ। ਇਤਨਾ ਇਹ ਖਤਰਨਾਕ ਹੈ। ਮੱਛਰਾਂ ਕੋਲੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫਿਰ ਪੈਦਾ ਹੁੰਦੀਆਂ, ਜਿਨ੍ਹਾਂ ਵਿੱਚ ਖਤਰਨਾਕ ਬਿਮਾਰੀਆਂ ਜਿਹੜੀਆਂ ਨੇ ਮਨੁੱਖ ਦੀਆਂ ਜਾਨਲੇਵਾ ਜੋ ਬਿਮਾਰੀ ਹੈ, ਜਿਵੇਂ ਡੇਂਗੂ ਹੈ ਔਰ ਮਲੇਰੀਆ ਹੈ, ਪੀਲੀਆ ਹੈ, ਹੋਰ ਕਈ ਬਿਮਾਰੀਆਂ ਹੋ ਜਾਂਦੀਆਂ ਨੇ। ਮੱਛਰ ਗੰਦਗੀ ਦੇ ਵਿੱਚ ਪੈਦਾ ਹੁੰਦੇ ਨੇ, ਇਸ ਵਾਸਤੇ ਸਰਕਾਰਾਂ ਬੜੇ ਉਦਮ ਕਰਦੀਆਂ ਹਨ ਕਿ ਆਸ-ਪਾਸ ਆਪਣੇ ਗੰਦਗੀ ਪੈਦਾ ਨਾ ਹੋਣ ਦਿਓ, ਸਾਫ ਸੁਥਰਾ ਰੱਖੋ, ਪਾਣੀ ਠਹਿਰਨ ਨਾ ਦਿਓ, ਕਿਉਂਕਿ ਉਹਨਾਂ ਦੇ ਵਿੱਚ ਮੱਛਰ ਪੈਦਾ ਹੋ ਕੇ ਤੇ ਮਨੁੱਖ ਦਾ ਨੁਕਸਾਨ ਕਰਦੇ ਹਨ। ਮੱਛਰ ਜਿੱਥੇ ਪੈਦਾ ਹੁੰਦਾ ਨਾ, ਉਸ ਦੇ 1 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੀ ਮੱਛਰ ਉੱਡ ਸਕਦਾ ਵੇ, ਇਸ ਤੋਂ ਜ਼ਿਆਦਾ ਦੂਰ ਨਹੀਂ ਜਾਂਦਾ ਏ, ਉੱਥੇ ਹੀ ਰਹਿੰਦਾ ਵੇ। ਅਸੀਂ ਦੇਖਦੇ ਹਾਂ ਕਿ ਮੱਛਰ ਸਾਨੂੰ ਲੱਭ ਲੈਂਦਾ ਵੇ, ਅਸੀਂ ਜਿੱਥੇ ਵੀ ਹੋਈਏ ਮੱਛਰ ਉੱਥੇ ਹੀ ਆ ਕੇ ਸਾਨੂੰ ਡੰਗ ਮਾਰਦਾ ਵੇ। ਕਿਸ ਤਰ੍ਹਾਂ ਲੱਭ ਲੈਂਦਾ ਉਹ, ਭਾਵੇਂ ਜਿੱਥੇ ਵੀ ਹੋਈਏ ਅਸੀਂ, ਮਨੁੱਖ ਦੇ ਕੋਲ ਹੀ ਕਿਉਂ ਆ ਜਾਂਦਾ ਵੇ? ਮਨੁੱਖ ਸਾਡੇ ਸਵਾਸ ਲੈਣ ਨਾਲ, ਹਵਾ ਜੋ ਅਸੀਂ ਸਵਾਸ ਲੈਂਦੇ ਹਾਂ ਨਾ, ਸਵਾਸ ਛੋੜਦੇ ਹਾਂ, ਸਵਾਸ ਲੈਂਦੇ ਹਾਂ, ਇਸ ਤੋਂ ਮੱਛਰ ਸਾਡੀ ਪਹਿਚਾਣ ਕਰ ਲੈਂਦਾ ਵੇ। ਇਸ ਤੋਂ ਕਾਫੀ ਦੂਰ ਤੋਂ ਮੱਛਰ ਨੂੰ ਪਤਾ ਲੱਗ ਜਾਂਦਾ ਵੀ ਇਸ ਜਗ੍ਹਾ 'ਤੇ ਕੋਈ ਇਨਸਾਨ ਹੈ ਅਤੇ ਉਹ ਸਵਾਸ ਲੈਂਦਾ ਪਿਆ, ਸਵਾਸ ਛੋੜਦਾ ਪਿਆ, ਉਸ ਤੋਂ ਸਾਡੀ ਪਹਿਚਾਣ ਕਰ ਲੈਂਦੇ ਹਨ।
इस वास्ते असी जिथे भी सुते होइए, जिथे भी बैठे होइए, मच्छर सानू लभ के साडे कोल आ जांदा वे और सानू डंगदा वे। दुनिया दे उत्ते मनुखां दी गिणती नालों 14,000 गुणा ज़्यादा मच्छर ने। इतने मच्छर पाए जाते हैं। अगर सारे मच्छरां नूं दुनिया तो मार दिता जाए तो विग्यानक कहते हैं कि कई किलोमीटर उच्ची एक बिल्डिंग बन सकती है। इतना मच्छर सारी दुनिया दे विच मौजूद है। केवल एक ही स्थान है आइसलैंड जिथे एक भी मच्छर नहीं मिलता है। बाकी ऐसा कोई दुनिया का कोना नहीं जिथे मच्छर ना होवे। हर जगह ते मच्छर मिल जाता है। मच्छर की उम्र जेड़ा नर मच्छर है उसकी उम्र 15 दिन मनी जाती है। पैदा होने तो बाद 15 दिन बस। जिहड़ी मादा मच्छर है वो 1.5 तो 2 महीने तक उदा जीवन काल हुंदा वे और एक बार विच 1.5 तो 200 अंडे दे के अपनी आबादी नूं ये बहुत जल्दी वधा लैंदी है, क्योंकि इन्हां दीयां मौतां भी जल्दी होंदियां ने। मच्छर कोलों बचण वास्ते कई तरह के उपराले किए जाते हैं। अज असी घरां विच देखते हाँ, कोई अगरबत्तियां ला लैंदा है, कोई आटोमैटिक जिहड़े अजकल सिस्टम आ गए ने, जिवें ऑल आउट वगैरह है, मॉस्किटो वो चला के मच्छरां नूं मार लिया जाता है। स्प्रे आ गए हैं मच्छर नूं मारन वास्ते, क्रीमां आ गई ने शरीर ते ला के सौ जाइए, मच्छर नेड़े नहीं आते हैं उहदी खुशबू नाल। कई तरह के ऐसे उपराले किए गए हैं कि मच्छरां कोलों बचाया जा सके, फिर भी मनुख बच नहीं पाता। हर साल लखां ही मनुख मच्छर के कट्टण नाल, कोई डेंगू नाल, कोई मलेरिए नाल, पीलीए नाल मौतां होंदियां ही होंदियां ने हर साल ही। सरकारां बड़े उपराले भी करदियां हैं, लेकिन इस तो बचना बड़ा मुश्किल है। गुरु नानक सच्चे पातशाह ने जिक्र किया है अपनी बाणी दे विच इस मच्छर दा। सतगुरां दी पावन बाणी है 12 माह दी। तुखारी महला पहला। सतगुर जिक्र करते हैं भादो परम भूली पर जोबन पछताणी। पा दोए। गुरु अर्जन देव जी महाराज भी कहते हैं भादो परम भुलाणियां दूजे लगा हेत। लख सिंगार बनाया कारज नाही केत। जित दिन दे बिनस सी तिस वेले कैसन प्रेत। गुरु अर्जन देव जी महाराज जी जिहड़ी गल गुरु नानक सच्चे पातशाह ने की है उही गल गुरु अर्जन देव जी महाराज भी करते हैं। अगर गुरु नानक सच्चे पातशाह कहते हैं कि भादो परम भूली पर जोबन पछताणी, तो गुरु अर्जन देव जी महाराज कहते हैं भादो परम भुलाणियां दूजे लगा हेत। भा दोए दो पा। महीनिया दे नाम बड़े सोच समझ के रखे गए हैं। भा दोए दो पा। इंज कह लो कि दो तरह की स्थिति, जिवें भरम दे विच पै जाना, भुलेखे दे विच पै जाना। भा दोए दो तरह के भा। जो असी कर रहे हैं उस विच मन नहीं है, मन किधरे होर जांदा पिया। मन दियां दो अवस्थावां, जो कर रहे हैं उस विच मन नहीं है, करी जाते हैं पर मन किधरे होर जांदा पिया वे। भादरों दे महीने विच की हुंदा है, जिवें मीह पै गया, ठंड हो गई, धुप निकल आई, गर्मी हो गई। दो पा।
कदी ठंड कदी गर्मी, कदी ठंड कदी गर्मी। मनुख दे हिरदे दे अंदर भी इस तरह ही मौसम बदलते रहने, कदी ठंड कदी गर्मी, कदी ठंड कदी गर्मी। कई मनुखों नूं देखिया बड़े शांत होंदे ने, लगदा भी बड़ा शांत मनुख है, ये तां गुरमुख है, भगत है। बैठे हुंदे ना संगत दे विच, लगदा भी ये तो बड़ा ही गुरमुख बंदा है। पर हुणे संत बनिया सी, हुणे ही फिर घर जाके पड़थू पा दिता वे, हुणे ही अग बबूला हो गया वे। ठंड गर्मी, गर्मी ठंड। हुणे ही शांत सुभाव सी, हुणे ही क्रोध विच आ गया वे। हुणे ही दानी सी, हुणे ही बेईमान हो गया वे। हुणे ही बड़ा गुरमुख लगदा सी, हुणे ही गल्लां कामी पुरुषां वालियां करन लग पिया। दो पा, जो बाहर है वो अंदर नहीं है, जो अंदर है वो बाहर नहीं है। इसनूं इस तरह भी असीं समझ सकते हैं। पादो ही परम भुलाणियां दूजे लगा हेत। पादो दे महीने विच जिवें दो पा हुंदे ने, दूजे लगा हेत। आया गुरद्वारे विच है, बैठा होया सत्संगत दे विच है, लेकिन अंदरों ते निरा कुसंगी है, बिल्कुल अंदरों ते कुसंगी बनिया होया। इसनूं गुरु अर्जन देव जी महाराज कहंदे ने, अंतर अगन बाहर तन स्वा, गल पाथर कैसे तरे अथाह। इसनूं इंज कहने, जिवें पेट्रोल हुंदा ना, कदी हत्थ दे उत्ते पेट्रोल पा के देखिए असीं, बड़ा ठंडा हुंदा है वो। पर जे किधरे एक निक्की जी चिंगारी अगर लग जाए ना, तो फिर तबाह करके रख देंदा है। माचिस दियां तीलियां बड़ियां सोहणियां लगदियां ने, पतलियां पतलियां, और थोड़ा जिहा अगर उन्हां नूं रगड़ के देखिए ना, तो फिर वो तबाह करके रख सकदियां हन, घर साड़ के रख देंदियां ने। कई मनुख भी इस तरह ही हुंदे ने, दिखाई देंदे ने बड़े ठंडे, पर थोड़ा जिहा रगड़ के देखिए तो उत्थे ही भांबड़ मच जाते हैं। पा दोए दो पा, बाहरों कुछ होर है, अंदरों कुछ होर है। गुरु गोबिंद सिंह महाराज के समय दे विच भाई सुथरे शाह जी, जिन्हां दी शक्ल कुछ अजीबो गरीब सी, गुरु गोबिंद सिंह महाराज नूं चौर कर रहे सन। एक दिन सामने संगत बैठी हुई, सतगुरु दे पिछे खड़े हो के चौर कर रहे, दरबार सजिया होया, ते दरबार दे विच एक साधु बैठा होया, जिन्हें सारे शरीर दे उत्ते सुआह मली हुई, माला पाइयां, दो हत्थां विच पाइयां, गल दे विच 3-4 पाइयां, वड्डियां वड्डियां जटावां रखियां होइयां, झोला एक पाया होया है, हत्थ विच एक चुमटा पकड़िया होया वे। साधु है। शरीर दे उत्ते सुआह मल्लण दा, राख मल्लण दा मतलब सिर्फ इतना ही हुंदा सी कि इस बंदे दे अंदरों सब कुछ खत्म हो चुका है, सुआह हो चुका है, हुण अंदर कुछ भी नहीं। जिवें सुआह विच की हुंदा, कुछ भी नहीं हुंदा, सब सड़ के सुआह हो गया। कहने ना किसी घर अग लग जाए, सब कुछ सड़ के सुआह हो गया, हुण कुछ नहीं बचिया है। साधु महात्मा इस वास्ते सुआह मलदे सन, साडे अंदर हुण कुछ नहीं है, काम नहीं है, क्रोध लोभ मोह हंकार वासना तृष्णा निंदा चुगली दगा फरेब कुछ नहीं है, अंदर कोई मंग भी नहीं है। इस वास्ते सुआह मल के रखते सन। हुण तां दुनिया नूं ठगण वास्ते सुआह मल के रखते हैं। हुण तां इस तरह है। चिट्टे चोले पाण दा मतलब भी इतना ही सी कि अंदर हुण ठंड है, शांति है, हुण अंदर कोई मंग नहीं है। रंगां दा अपना अपना महत्व है।
चिट्टा रंग शांति का प्रतीक है, लेकिन आ चिट्टे चोले पा के ही लोगों को ठगिया जाता है। चिट्टे चोले पा के सुथरे शाह जी चौर कर रहे सन। संगत विच बैठे एक साधु तन दे उत्ते सुआह मल्ली हुई माला दो चार पाइयां हुईयां, हथ विच चिमटा, अखां बंद करके बैठा। जदों इसकी अख खुली ना साधु दी तो इन्हें निगाह पै गई सुथरे शाह दे उत्ते। ते सुथरे शाह जी उन्हां दा चेहरा ही कुछ अजीबो गरीब सी, वड्डे वड्डे दंद, चेहरे दे उत्ते वाल, डरावना जिहा चेहरा सी कुछ। उन्होंने थोड़ा मूँह टेढ़ा करके ना इस साधु नूं मूँह चढ़ा दिता। साधु बड़ा हैरान होया भी चौर करदा पिया गुरु नूं, पिछे बैठा ये किहड़ियां हरकतां करदा पिया। दूजी बार जदों उन्हें फिर अख खोली, सुथरे शाह जी ने फिर मूँह चढ़ा दिता। तीजी बार जद कीता ना, फिर इस साधु कोलों रिहा नहीं गया। ये चिमटा लैके भाई सुथरे शाह दे पिछे दौड़ पिया। चिमटा लैके अगे अगे सुथरे शाह जी ते पिछे पिछे साधु। महाराज ने एकदम आवाज मार ली भी ये क्यों दौड़ते पे ने, बुलाओ। पुछ लिया महाराज ने कोल बुला के भी सुथरिया कि तैनू क्यों मारना चाहता, तू कुछ कीता है? सुथरे शाह जी कहते ने महाराज मैं कुछ नहीं कीता। साधु नूं पुछदे ने तू दस तू क्यों मारना चाहना है? उस साधु कहता महाराज जी ने मैनू कई बार मूँह चढ़ाया है, ये केवल तुहाडे पिछे बह के चौर नहीं करदा पिया, कई गंदियां हरकतां करदा है। महाराज ने पुछया सुथरिया सच सच दस तू की कीता वे? सुथरे शाह जी कहते ने महाराज जी ने अपने तन दे उत्ते सुआह मल्ली हुई है, सारे तन दे उत्ते। मैं इसदी सुआह नूं थोड़ा जा हिला के देखिया भी अंदर कोई चिंगारी तो नहीं है, कोई चिंगारी तो नहीं। तो महाराज कहते ने फिर कुछ लभ्या तैनू? सुथरे शाह कहता महाराज चिंगारी नहीं, इहदे अंदर तां भांबड़ बलदे पे ने, भांबड़। एक केवल बाहर ही सुआह मल्ली बैठा है, लेकिन अंदर तां इहदे भांबड़ बलदे पे ने। जिवें कई वारी असी सुआह नूं देख के उहदे विच हत्थ पाइए ना, अंदर कोई कोला रह जांदा तो हत्थ साड़ के रख दिंदा वे। महाराज ये तां कईयां नूं साड़ेगा, इहदे अंदर ते भांबड़ बलदे पे ने। ये तो बाहरों साधु बनया होया, लेकिन अंदर तो इहदे कुछ होर ही चलदा पिया वे। पा दोए दो पा दोए परम भुलाणियां दूजे लगा हेत। मनुख भी परम दे विच फसिया होया वे। मैं तां ये अर्ज करदा पिया क्योंकि दोनों पंक्तियां इक्को जिहियां ने। पादोए परम भूली पर जोबन पछताणी। महाराज कहंदे ने भादरों दे महीने दे विच जीव इस्त्री बड़े वड्डे भरम दे विच है, भुलेखे दे विच है, ते भुलेखा पछतावा ही दिंदा, होर कुछ नहीं दिंदा वे, पछतावा ही दिंदा है। जैसे मनुख कई बार अंधेरे दे विच जांदा पिया होवे, रस्सी पई होवे, भुलेखा पै जांदा रस्सी नहीं है सप है, ये सप है अंधेरे दे विच। कई बार घरों च भी इस तरह ही हो जाता है, लेकिन सप नहीं आंदा, रस्सी आउंदी है। कई बारी सप ही होंदा ते रस्सी दा भुलेखा पै जांदा, बंदा हत्थ पै लैंदा, सप डंग मार दिंदा वे, मौत हो जाती है। भुलेखे दे विच है दुनिया, पादोए परम भुलाणियां दूजे लगा हेत। दूजे पासे ही दा प्रेम लगा होया है, भुलेखे दे विच है। मनुख सोचदा है शायद धन दे विच सुख है, महाराज कहंदे ने नहीं है, भुलेखा है तेरा। परिवार दे विच सुख है, महाराज कहंदे ने नहीं है, भुलेखा है तेरा, भुलेखा है।
ਰਾਜਯੋਗ ਭਰਥਰੀ ਨੂੰ ਵੀ ਭੁਲੇਖਾ ਪੈ ਗਿਆ ਸੀ ਇੱਕ ਵਾਰੀ। ਭਰਥਰੀ ਕਹਿੰਦੇ ਨੇ ਕਿ ਰਤਨ ਜੜਤ ਮੰਦਰ ਤਜੇ ਅਰ ਸਖੀਅਨ ਕੋ ਸਾਥ, ਰੇ ਮਨ ਧੋਖੇ ਲਾਲ ਕੇ ਪੀਕ ਲਬੇਰਿਓ ਹਾਥ। ਭਰਥਰੀ ਜਾ ਰਹੇ ਸਨ, ਰਸਤੇ ਦੇ ਵਿੱਚ ਕਿਸੇ ਨੇ ਪਾਨ ਖਾ ਕੇ ਤੇ ਥੁੱਕਿਆ ਹੋਇਆ ਸੀ। ਪਾਨ ਦੀ ਲਾਲ ਥੁੱਕ ਸੂਰਜ ਦੀ ਚਮਕ ਦੇ ਨਾਲ ਉਹ ਇਸ ਤਰ੍ਹਾਂ ਚਮਕਦੀ ਪਈ ਹੈ ਜਿਵੇਂ ਕੋਈ ਲਾਲ ਮੋਤੀ ਕੋਈ ਹੁੰਦਾ ਹੋਵੇ, ਲਾਲ ਰੰਗ ਦਾ, ਜਿਹਨੂੰ ਲਾਲ ਹੀ ਕਿਹਾ ਜਾਂਦਾ ਹੋਵੇ। ਭਰਥਰੀ ਨੇ ਸੋਚਿਆ ਵੀ ਸ਼ਾਇਦ ਕੋਈ ਕੀਮਤੀ ਪੱਥਰ ਹੈ, ਉਹਨੇ ਹੱਥ ਪਾਇਆ, ਹੱਥ ਲਿਬੜ ਗਿਆ ਉਸਦਾ। ਹੁਣ ਪਛਤਾਉਂਦਾ ਬੇ ਰਤਨ ਜੜਤ ਮੰਦਰ ਤਜੇ ਅਰ ਸਖੀਅਨ ਕੋ ਸਾਥ। ਬੜੇ ਬੜੇ ਮੰਦਰ ਮਹਿਲ ਦਾ ਮੈਂ ਤਿਆਗ ਕਰ ਦਿੱਤਾ, ਸਖੀਆਂ ਦਾ ਵੀ ਤਿਆਗ ਕਰ ਦਿੱਤਾ। ਰੇ ਮਨ ਧੋਖੇ ਪੀਕ ਕੇ, ਰੇ ਮਨ ਧੋਖੇ ਲਾਲ ਕੇ ਪੀਕ ਲਬੇਰਿਓ ਹਾਥ। ਪਰ ਮੈਂ ਇਹ ਕੀ ਕਰ ਬੈਠਾ ਵਾਂ, ਧੋਖੇ ਵੀ ਜਾ ਕੇ ਤੇ ਹੱਥ ਲਬੇੜ ਬੈਠਾ। ਬਸ ਮਨੁੱਖ ਵੀ ਆਪਣਾ ਜੀਵਨ ਇਸ ਤਰ੍ਹਾਂ ਹੀ ਲਬੇੜ ਲੈਂਦਾ ਵੇ ਤੇ ਫਿਰ ਸਿਵਾਏ ਪਛਤਾਣ ਤੋਂ ਹੋਰ ਕੁਛ ਨਹੀਂ ਰਹਿ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਉਹ ਹੈ ਜੈਸਾ ਅਸੀਂ ਸਮਝਦੇ ਹਾਂ ਵੈਸਾ ਨਹੀਂ ਹੁੰਦਾ ਹੈ, ਇਹਨੂੰ ਭਰਮ ਕਹਿੰਦੇ ਨੇ। ਅਸੀਂ ਜਿੱਥੋਂ ਸੁੱਖ ਲੱਭਦੇ ਪਏ ਹਾਂ ਉੱਥੇ ਸੁੱਖ ਨਹੀਂ ਹੈ। ਖੈਰ ਲੰਬੀ ਚੌੜੀ ਵਿਚਾਰ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਦੇ ਵਿੱਚ ਪਾਦੋ ਭਰਮ ਭੂਲੀ ਪਰ ਜੋਬਨ ਪਛਤਾਣੀ, ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗਮਾਣੀ, ਬਰਸੇ ਨਿਸ ਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ, ਪ੍ਰਿਯ ਪਿਓ ਚਵੇ ਬਬੀਹਾ ਬੋਲੇ, ਭਿਅੰਗਮ ਫਿਰੇ ਡਸੰਤੇ। ਭਾਦਰੋਂ ਦੇ ਮਹੀਨੇ ਦਾ ਦ੍ਰਿਸ਼ ਖਿੱਚਿਆ ਹੈ ਕਿ ਭਾਦਰੋਂ ਦੇ ਮਹੀਨੇ ਦੇ ਵਿੱਚ ਭਾਵੇਂ ਵਰਖਾ ਬਹੁਤ ਹੁੰਦੀ ਹੈ, ਧਰਤੀ ਦੇ ਉੱਤੇ ਹਰਿਆਵਲ ਬਹੁਤ ਹੋ ਜਾਂਦਾ ਵੈ, ਬੜੀ ਹਰਿਆਲੀ ਚਾਰੋਂ ਪਾਸੇ ਹੋ ਜਾਂਦੀ ਹੈ। ਪਾਣੀ ਦੇ ਸਰੋਵਰ ਭਰੇ ਜਾਂਦੇ ਹਨ, ਲਬਾਲਬ ਭਰ ਜਾਂਦੇ ਨੇ, ਲੇਕਿਨ ਸੱਪ ਵੀ ਘੁੰਮਦੇ ਫਿਰਦੇ ਨੇ, ਲੋਕਾਂ ਨੂੰ ਡੰਗ ਮਾਰਦੇ ਹਨ ਭਾਦਰੋਂ ਦੇ ਮਹੀਨੇ ਵਿੱਚ। ਮੋਰ ਵੀ ਬੋਲਦੇ ਪਏ ਨੇ, ਪਪੀਹੇ ਬੋਲਦੇ ਪਏ ਨੇ, ਸਭ ਕੁਛ ਹੁੰਦਾ ਪਿਆ। ਮਹਾਰਾਜ ਕਹਿੰਦੇ ਨੇ ਪ੍ਰਿਯ ਪਿਉ ਚਵੇ ਬਬੀਹਾ ਬੋਲੇ, ਭਿਅੰਗਮ ਫਿਰੇ ਡਸੰਤੇ। ਇਹ ਭਾਦਰੋਂ ਦਾ ਦ੍ਰਿਸ਼ ਹੈ। ਮੱਛਰ ਡੰਗ ਸਾਇਰ ਪਰ ਸੂਬਰ, ਬਿਨ ਹਰ ਕਿਉਂ ਸੁਖ ਪਾਈਏ। ਪਰ ਭਾਦਰੋਂ ਦੇ ਵਿੱਚ ਬਰਸਾਤ ਦੇ ਮੌਸਮ ਵਿੱਚ ਮੱਛਰ ਵੀ ਬੜੇ ਪੈਦਾ ਹੋ ਜਾਂਦੇ ਨੇ। ਇਹ ਮੱਛਰ ਲੋਕਾਂ ਨੂੰ ਡੰਗਦੇ ਨੇ, ਕੱਟਦੇ ਨੇ, ਬੰਦੇ ਦਾ ਬਹਿਣਾ ਮੁਸ਼ਕਲ ਹੋ ਜਾਂਦਾ ਹੈ। ਮਨੁੱਖ ਦੇ ਅੰਤਸ਼ਕਰਨ ਦੇ ਵਿੱਚ ਭੈੜੇ ਖਿਆਲਾਂ ਦੇ ਮੱਛਰ ਇਸ ਦੀ ਆਤਮਿਕ ਜੀਵਨ ਨੂੰ ਡੰਗਦੇ ਪਏ ਨੇ। ਭੈੜੇ ਖਿਆਲਾਂ ਦੇ ਮੱਛਰ, ਸਾਰੀ ਸ਼ਬਦ ਦੀ ਮੈਂ ਵਿਆਖਿਆ ਕਰਾਂਗਾ ਤਾਂ ਬਹੁਤ ਸਮਾਂ ਲੱਗ ਜਾਣਾ। ਫਿਰ ਸਤਿਗੁਰੂ ਕਹਿੰਦੇ ਨੇ ਕਿ ਇਹ ਭੈੜੇ ਖਿਆਲਾਂ ਦੇ ਮੱਛਰ ਜੋ ਮਨੁੱਖ ਨੂੰ ਡੰਗਦੇ ਪਏ ਨੇ, ਮਨੁੱਖ ਭਾਦਰੋਂ ਦੇ ਮਹੀਨੇ ਵਾਂਗ ਬੜੇ ਭੁਲੇਖੇ ਦੇ ਵਿੱਚ ਬੰਦਾ ਪਿਆ ਹੋਇਆ ਵੈ। ਇਹਦਾ ਪਾਰ ਉਤਾਰਾ ਕਿਸ ਤਰ੍ਹਾਂ ਹੋ ਸਕਦਾ ਵੇ। ਨਾਨਕ ਪੂਛ ਚਲੋ ਗੁਰ ਆਪਣੇ, ਜਹ ਪ੍ਰਭ ਤਹਿ ਹੀ ਜਾਈਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਨਾਨਕ ਪੂਛ ਚਲੋ ਗੁਰ ਆਪਣੇ, ਆਪਣੇ ਗੁਰੂ ਕੋਲੋਂ ਪੁੱਛੋ, ਉਹ ਮਾਰਗ ਪੁੱਛੋ ਕਿ ਜਿਸ ਮਾਰਗ ਦੇ ਵਿੱਚ ਪਰਮੇਸ਼ਰ ਮੈਨੂੰ ਮਿਲਦਾ ਹੋਵੇ। ਜਿੱਥੇ ਪਰਮੇਸ਼ਰ ਹੈ ਮੈਂ ਉਸ ਰਸਤੇ ਤੇ ਜਾਵਾਂ, ਕਿਉਂਕਿ ਇੱਥੇ ਸੱਪ ਵੀ ਡੰਗਦੇ ਪਏ ਨੇ, ਪਪੀਹੇ ਹੀ ਬੋਲਦੇ ਪਏ ਨੇ, ਮੋਰ ਵੀ ਬੋਲਦੇ ਪਏ ਨੇ, ਮੱਛਰ ਵੀ ਡੰਗਦੇ ਪਏ ਨੇ। ਕਿਧਰੇ ਐਸਾ ਨਾ ਹੋਵੇ ਕਿ ਮੈਂ ਇਸ ਰਸਤੇ ਦੇ ਵਿੱਚ ਫਸ ਜਾਵਾਂ। ਗੁਰੂ ਕੋਲੋਂ ਆਪਣੇ ਮਾਰਗ ਪੁੱਛੀਏ। ਮੈਂ ਦੱਸੋ ਮਾਰਗ ਸੰਤੋ, ਕਿਉਂ ਪ੍ਰਭੂ ਮਿਲਾਈਆਂ, ਕਿਉਂ ਪ੍ਰਭੂ ਮਿਲਾਈਆਂ, ਕਿਵੇਂ ਮੈਂ ਆਪਣੇ ਪ੍ਰਭੂ ਨੂੰ ਮਿਲ ਸਕਦਾ ਵਾਂ। ਹੇ ਸੰਤ ਜਨੋ, ਹੇ ਸਤਸੰਗੀ ਜਨੋ, ਹੇ ਗੁਰੂ ਸੱਚੇ ਪਾਤਸ਼ਾਹ ਮੈਨੂੰ ਮਾਰਗ ਦੱਸੋ।
सतगुरु जी अरदास करना सिखा रहे हैं सानू। महाराज कहते ने हम अंधले ज्ञानहीन अज्ञानी क्यों चाले मार्ग पंथा, हम अंधले को गुर अंचल लावो, हम अंधले को गुर अंचल दीजे, जन नानक चले मिलन था। मैनू अपना आंचल पकड़ाओ, मैनू अपनी बांह पकड़ाओ कि जिस करके मैं उस मार्ग ते चल सकां, कि जिस मार्ग ते परमेश्वर मैनू मिल सके। गुरु अर्जन देव जी महाराज ने भी जिक्र किया है। महाराज सच्चे पातशाह जी संस्कृति श्लोकां दे विच सतगुरु जी बख्शिश करते हैं कि मशकंग भगवंत सैलंग करदमंग तरंत पपील के है। मशकंग मच्छर नूं कहते हैं। सागरंग लंघंत पिंगंग तम प्रगास अंध कहे, साध संगैण समरंत गोबिंद शरण नानक हर हर हरे। श्लोक संस्कृति। महाराज कहते ने कि जे साध संगत की कृपा हो जाए, साधु संतां की कृपा हो जाए, जिस मनुख दे उत्ते गुरु की कृपा हो जाए, वो मनुख मशकंग भगवंत सैल करदमंग, मच्छर नूं मनिया जाता है कि एक बहुत छोटा जीव है, ये निताणा है, कमज़ोर जीव है। किसी नूं कोई बड़ा कमज़ोर बंदा होवे ना, असीं उहनूं कह देने ये तो मच्छर ही है, ये तो मच्छर है, बिल्कुल कमज़ोर है ना बहुत। मच्छर नूं बड़ा कमज़ोर मनिया जाता है। बड़ा ही कोई कमज़ोर मनुख होवे, पर जे उहदे उत्ते किधरे परमेश्वर की कृपा हो जाए तो महाराज कहते हैं कि वह वड्डे वड्डे पत्थरों नूं भी तोड़ सकदा वे, जे गुरु की कृपा हो जाए तो। तरंत पपील के है, फिर पपील के कहते हैं कीड़ी नूं, कीड़ी दे उत्ते अगर परमेश्वर की कृपा हो जाए तो भावें जितना मर्जी ये चिक्कड़ दा समुंदर भी होवे, जे परमेश्वर की कृपा हो जाए तो कीड़ी उसनूं पार कर सकती है, जे प्रभु की कृपा हो जाए। सागरंग लंघंत पिंगंग, पिंगला बंदा भी सागर पार कर सकता है जे किधरे गुरु की कृपा हो जाए। तम प्रगास अंध का है, किसी अंधे मनुख के जीवन में जिहदे विच अंधेरा ही अंधेरा है, जे किधरे परमेश्वर की कृपा हो जाए तो उहदे जीवन विच भी प्रकाश हो जाता है, प्रकाश ही प्रकाश। किसी कमज़ोर मनुख दे उत्ते परमेश्वर की कृपा हो जाए, परमेश्वर दे चरनी लग जाए, आराधना करे, प्रभु कृपा कर दवे, तो महाराज कहते ने कीड़ा थाप दे पातशाही लश्कर करे स्वाहा, जेते जी जीवे ले साहा, जीवाले तां के असाह। जे परमेश्वर अगर कृपा कर दवे तो किसी कीड़े दे उत्ते तो वह भी लश्कर करे स्वाह, फिर वो लश्कर नूं स्वाह कर सकता है। भाव वड्डी तो वड्डी मुसीबत का भी वो निस्तारा कर सकता है, किसी दे उत्ते कृपा कर दवे। भाई बचित्र सिंह जी लोहगढ़ के किले नूं जद तोड़न की कोशिश की गई है, मस्त हाथी शराब पी के सिर दे उत्ते तवियां बन के जिस वक्त किले के दरवाजे नूं तोड़न वास्ते आया ना, तो सभा लगी हुई सी। गुरु गोबिंद सिंह महाराज ने बड़े बड़े योद्धियां नूं आख्या भी इस हाथी नूं हुण कौन मात दे सकदा वै, कौन है जो इस हाथी नूं रोक सकदा है। चंगे चंगे शूरवीरां दे भी होश उड़ गई, महाराज इतना वड्डा हाथी कित्थे एक मनुख, फिर शराब पिलाई हुई है, मत्थे दे उत्ते लोहे दियां तवियां बीड़ियां हुईयां ने, इनू कौन रोक सकदा वे। भाई बचित्र सिंह जी खड़े हो गए ने, पतला जा शरीर, दुबला पतला, खड़े हो गए, वेखण वाले हस पे ने।
भाई बचिੱਤਰ ਸਿੰਘ ਤੁਸੀਂ ਜਾਓਗੇ, ਏਡੇ ਏਡੇ ਸ਼ੂਰਵੀਰ ਯੋਧੇ ਬੈਠੇ ਹੋਏ ਨੇ। ਭਾਈ ਬਚਿੱਤਰ ਸਿੰਘ ਜੀ ਕਹਿੰਦੇ ਨੇ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰ ਦੇਣ ਤਾਂ ਇਹ ਹਾਥੀ ਤਾਂ ਕੀ ਹੈ, ਮੈਂ ਹਿਮਾਲੇ ਪਰਬਤ ਨੂੰ ਵੀ ਮਾਤ ਕਰ ਸਕਦਾ ਹਾਂ। ਇਹ ਹਾਥੀ ਕਿਹੜੀ ਚੀਜ਼ ਹੈ? ਮੱਥਾ ਟੇਕ ਕੇ ਅਸੀਸ ਲੈ ਕੇ ਜਦ ਗੁਰੂ ਦੀ ਜਾਂਦੇ ਨੇ, ਆਪਾਂ ਸਾਰੇ ਇਤਿਹਾਸ ਤੋਂ ਵਾਕਿਫ ਹਾਂ। ਨਾਗਣੀ ਜਦ ਮਾਰੀ ਹਾਥੀ ਦੇ ਸੀਸ ਦੇ ਵਿੱਚ, ਤਵੀਆਂ ਨੂੰ ਪਾੜ ਕੇ ਹਾਥੀ ਦੇ ਮੱਥੇ ਦੇ ਵਿੱਚ ਲੱਗੀ ਹੈ। ਉਹੀ ਹਾਥੀ ਜਿਹਨੇ ਨੁਕਸਾਨ ਕਰਨਾ ਸੀ ਗੁਰੂ ਦੇ ਘਰ ਦਾ, ਵਾਪਸ ਮੁੜਿਆ ਤੇ ਆਪਣੀ ਸੈਨਾ ਦਾ ਉਹਨੇ ਨੁਕਸਾਨ ਕੀਤਾ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ, ਪਰਮੇਸ਼ਰ ਦੀ ਬਖਸ਼ਿਸ਼ ਹੈ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜੇ ਪਰਮੇਸ਼ਰ ਕਿਰਪਾ ਕਰ ਦੇਵੇ ਤਾਂ ਮੂਕ ਉਚਰੇ ਸ਼ਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਧ ਲਖੇ ਬਦਰੋ ਸੁਨੇ, ਜੋ ਕਾਲ ਕਿਰਪਾ ਕਰਾਏ। ਪਰਮੇਸ਼ਰ ਅਗਰ ਕਿਰਪਾ ਕਰ ਦੇਵੇ ਤਾਂ ਮੂਕ ਉਚਰੇ ਗੂੰਗੇ ਵੀ ਬੋਲ ਪੈਂਦੇ ਹਨ। ਸ਼ਸਤਰ ਖੱਟ ਪਿੰਗ ਗਿਰਨ ਚੜ ਜਾਏ, ਉਹ ਸ਼ਾਸਤਰਾਂ ਦੀ ਭਾਸ਼ਾ ਬੋਲਣ ਲੱਗ ਪੈਂਦੇ ਹਨ, ਸ਼ਾਸਤਰਾਂ ਦਾ ਗਿਆਨ ਸਰਵਣ ਕਰਾ ਸਕਦੇ ਹਨ। ਪਿੰਗਲਾ ਜਿਹਦੇ ਕੋਲੋਂ ਚੱਲਿਆ ਨਹੀਂ ਜਾਂਦਾ ਹੈ, ਗਿਰਨ ਚੜ ਜਾਏ, ਗਿਰਦਾ ਨਹੀਂ ਹੈ, ਚੜ ਜਾਂਦਾ ਵੇ। ਉਹ ਵੱਡੇ ਵੱਡੇ ਪਹਾੜਾਂ ਨੂੰ ਪਾਰ ਕਰ ਸਕਦਾ ਵੇ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਏ। ਅੰਧ ਲਖੇ, ਅੰਨਾ ਬੰਦਾ ਵੀ ਲਿਖਣ ਲੱਗ ਪੈਂਦਾ, ਸੁਜਾਖਾ ਹੋ ਜਾਂਦਾ ਵੇ। ਬਦਰੋ ਸੁਣੇ, ਜਿਹਦੇ ਕੋਲ ਸੁਣਨ ਦੀ ਸ਼ਕਤੀ ਨਹੀਂ ਹੈ, ਬਹਿਰਾ ਹੈ, ਉਹ ਵੀ ਸੁਣਨ ਲੱਗ ਪੈਂਦਾ ਜੇ ਕਿਧਰੇ ਕਿਰਪਾ ਗੁਰੂ ਕਰ ਦੇਵੇ ਤਾਂ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ, ਅੰਧਲੇ ਤ੍ਰਿਭੁਵਨ ਸੂਜਿਆ, ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ, ਸੁਨੋ ਮੇਰੇ ਮੀਤਾ। ਇਹ ਸਾਧੂਆਂ ਦੀ, ਗੁਰੂ ਦੀ ਮਹਿਮਾ ਹੈ ਕਿ ਜਿਧਰੇ ਗੁਰੂ ਅਗਰ ਕਿਰਪਾ ਕਰ ਦੇਵੇ ਨਾ, ਤਾਂ ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ। ਪਿੰਗਲਾ ਵੀ ਪਰਬਤ ਨੂੰ ਪਾਰ ਕਰ ਸਕਦਾ ਹੈ। ਪਾਓ ਬੜਾ ਹੀ ਕੋਈ ਕਮਜ਼ੋਰ ਵਿਅਕਤੀ ਹੋਵੇ, ਪਰ ਗੁਰੂ ਜੇ ਕਿਰਪਾ ਕਰ ਦੇਵੇ ਨਾ, ਵੱਡੀਆਂ ਵੱਡੀਆਂ ਮੁਸੀਬਤਾਂ ਨੂੰ ਵੀ ਉਹ ਪਾਰ ਕਰ ਜਾਂਦਾ ਵੇ। ਉਹਦੇ ਸਾਹਮਣੇ ਫਿਰ ਕੋਈ ਰੁਕਾਵਟ ਨਹੀਂ ਬਣ ਸਕਦੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਗੁਰੂ ਦੀ ਕਿਰਪਾ ਦੇ ਅਸੀਂ ਪਾਤਰ ਬਣ ਸਕੀਏ, ਕਿਉਂਕਿ ਅਸੀਂ ਵੀ ਅੰਦਰੋਂ ਤਾਂ ਬੜੇ ਕਮਜ਼ੋਰ ਹੀ ਹਾਂ, ਬਾਹਰੋਂ ਭਾਵੇਂ ਕਿਤਨੇ ਅਸੀਂ ਦਮ ਮਾਰਦੇ ਹੋਈਏ। ਗੁਰੂ ਕਿਰਪਾ ਕਰੇ ਇਸ ਭਉ ਸਾਗਰ ਤੋਂ ਅਸੀਂ ਪਾਰ ਲੰਘ ਸਕੀਏ। ਐਸੀ ਦਾਤ ਗੁਰੂ ਸਾਡੀ ਝੋਲੀ ਦੇ ਵਿੱਚ ਪਾਵੇ। ਭੁੱਲਾਂ ਚੁੱਕਾਂ ਦੀ क्षमा। ਬਾਰ ਸਾਰਿਆਂ ਦਾ ਧੰਨਵਾਦ। ਬਾਕੀ ਵਿਚਾਰ ਫਿਰ ਕੱਲ੍ਹ 5:15 ਤੋਂ 6 ਫਿਰ ਆਪ ਜੀ ਦੇ ਸਨਮੁਖ ਹੋਵਾਂਗੇ। ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ